ਕੱਤਕ ਦਾ ਮਹੀਨਾ ਆ ਗਿਆ, ਬੜੀ ਠੰਡ ਪੈਣ ਲੱਗ ਪਈ। 4 ਛਪੇਰੇ ਠੰਡ ਪੈਂਦੀ ਹੈ, ਦਿਨ ਦੇ ਚੜ੍ਹਾਅ ਨਾਲ ਧੁੰਦ ਪੈ ਜਾਂਦੀ ਹੈ, ਫਿਰ ਥੋੜਾ ਦਿਨ ਚੜ੍ਹਦਾ, ਸੂਰਜ ਦੀ ਲੋ ਲੱਗਦੀ ਹੈ, ਲੋਕਾਂ ਨੂੰ ਸੂਰਜ ਚੰਗਾ ਲੱਗਣ ਲੱਗ ਪਿਆ, ਧੁੱਪੇ ਬਹਿੰਦੇ ਹਨ। ਪਰ ਇਸ ਨਗਰ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਰਾਏ ਬੁਲਾਰ ਹੈ, ਉਹ ਕਈ ਵਾਰ ਮਹਿਤਾ ਕਲਿਆਣ ਦਾਸ ਨੂੰ ਪੁੱਛਦਾ, ਮਹਿਤਾ ਕਾਲੂ ਕੋਈ ਘਰ ਦੀ ਖੁਸ਼ੀ ਦੀ ਖਬਰ ਤੇ ਸੁਣਾ। ਉਹਨੇ ਕਿਹਾ, ਇਹ ਮਹਾਰਾਜ ਰਾਏ ਬੁਲਾਰ ਜੀ, ਅਜੇ ਥੋੜਾ ਸਮਾਂ ਬਾਕੀ ਹੈ, ਤੁਸੀਂ ਵੀ ਖੁਦਾ ਦੀ ਬੰਦਗੀ ਕਰਦੇ ਹੋ, ਨਿਆਂ ਪਸੰਦ ਰਾਜੇ ਹੋ। ਜਦੋਂ ਤੁਸੀਂ ਖੁਦਾ ਦੀ ਇਬਾਦਤ ਕਰੋ ਤਾਂ ਮੇਰੇ ਵੱਲੋਂ ਇੱਕ ਅਰਦਾਸ ਖੁਦਾ ਦੇ ਚਰਨਾਂ 'ਚ ਕਰ ਦਿਓ, ਜੋ ਮੇਰੇ ਘਰ ਬਾਲਕ ਆਵੇ ਰੱਬ ਕਿਰਪਾ ਕਰਕੇ ਆਪਣਾ ਰੂਪ ਬਖਸ਼ੇ, ਚੰਗਾ ਬਾਲਕ ਰੱਬ ਬਖਸ਼ਿਸ਼ ਕਰਨ, ਜਿਹਦੇ ਨਾਲ ਜਗਤ ਸੰਸਾਰ ਵਿੱਚ ਸੋਭਾ ਹੋਵੇ। ਕੌਣ ਦੱਸੇ ਮਹਿਤਾ ਕਲਿਆਣ ਦਾਸ, ਇਸ ਧਰਤੀ ਉੱਤੇ ਕੋਈ ਥੋੜੀ ਮੋਟੀ ਸੋਭਾ ਇਕੱਠੀ ਕਰਨ ਵਾਲਾ ਬਾਲਕ ਨਹੀਂ ਆ ਰਿਹਾ। ਇਸ ਧਰਤੀ ਦੇ ਲੋਕਾਂ ਨੂੰ ਸੋਭਾ ਵੰਡਣ ਵਾਲਾ ਖੁਦ ਮਾਲਕ ਇਸ ਧਰਤੀ ਤੇ ਆ ਰਿਹਾ, ਕੋਈ ਬਾਲਕ ਨਹੀਂ ਆਏਗਾ। ਧਰਤੀ ਦਾ ਮਾਲਕ ਇਸ ਧਰਤੀ ਤੇ ਆਉਣ ਵਾਲਾ ਹੈ। ਤਾਂ ਇਸ ਤਰ੍ਹਾਂ ਰਾਏ ਬੁਲਾਰ ਔਰ ਮਹਿਤਾ ਕਾਲੂ ਕਈ ਵਾਰ ਘਰ ਦੀਆਂ ਗੱਲਾਂ ਵੀ ਕਰਦੇ ਸਨ। ਸੰਬਤ ਨੋ ਖਟ ਸਹਿਸ ਛਬੀਮਾ, ਪੋ ਅਵਤਾਰ ਪ੍ਰਗਟ ਜਗਦੀਸਾ। ਭਾਈ ਸੰਤੋਖ ਸਿੰਘ ਲਿਖਦੇ, ਥੋੜੇ ਦਿਨ ਪਹਿਲਾਂ, ਘੱਟੋ ਘੱਟ ਅਜੇ 30 ਦਿਨ ਮਹੀਨਾ ਪਿਆ, ਤਾਂ ਮਾਤਾ ਬਨਾਰਸੀ ਦੇਵੀ ਨੇ ਉਸੇ ਰਾਏ ਭੋਏ ਦੀ ਤਲਵੰਡੀ ਇੱਕ ਮੁਸਲਮਾਨ ਬਜ਼ੁਰਗ ਔਰਤ ਰਹਿੰਦੀ ਹੈ, ਜਿਹੜਾ ਦਾਈ ਦਾ ਕੰਮ ਕਰਦੀ ਹੈ, ਉਹਨੂੰ ਕਿਸੇ ਦੇ ਹੱਥ ਸੁਨੇਹਾ ਕਰਕੇ ਬੁਲਾਇਆ। ਉਹ ਘਰ ਵਿੱਚ ਆਈ ਤਾਂ ਬਜ਼ੁਰਗ ਦੌਲਤਾਂ ਦਾਈ ਨੂੰ ਮਾਤਾ ਬਨਾਰਸੀ ਦੇਵੀ ਨੇ ਕਿਹਾ, ਦੌਲਤਾਂ ਹੁਣ ਅੱਜ ਤੋਂ ਬਾਅਦ ਤੂੰ ਮੇਰੀ ਨੁਖਾ ਭਾਵ ਨੌ ਤ੍ਰਿਪਤਾ ਦਾ ਖਿਆਲ ਰੱਖਣਾ, ਹਰ ਰੋਜ਼ ਆਉਣਾ, ਇਹਦੀ ਸੇਵਾ ਕਰਕੇ ਜਾਣੀ ਹੈ, ਇਹ ਸਾਰੀ ਜ਼ਿੰਮੇਵਾਰੀ ਤੇਰੀ। ਤਾਂ 1 ਮਹੀਨਾ ਕਰੀਬਨ ਪਹਿਲਾਂ ਦੌਲਤਾਂ ਦਾਈ ਸੇਵਾ ਵਿੱਚ ਲੱਗ ਗਈ। ਭਇਓ ਅਚਾਨਕ ਸਭਨ ਉਛਾਹਾ, ਬਿਨ ਕਾਰਨ ਮਨ ਲਖ ਨਾ ਸਕਾਹਾ। ਕਹਿੰਦੇ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਨੇ ਉਤਸ਼ਾਹ ਵੱਧਦਾ, ਆਪਣੇ ਆਪ ਚਾਓ ਵੱਧਦਾ। ਉਹ ਜਿਹੜੀ ਦੌਲਤਾਂ ਦਾਈ ਹੈ, ਉਹ ਕਈ ਘੜੀਆਂ ਉਸ ਘਰ ਵਿੱਚ ਰਹਿੰਦੀ ਹੈ, ਉਹ ਪੈਸਿਆਂ ਦੀ ਖਾਤਰ ਨਹੀਂ ਆ ਰਹੀ। ਉਹਦੇ ਮਨ 'ਚ ਕਈ ਫੁਰਨੇ ਆਉਂਦੇ ਨੇ। 5 ਸਾਲ ਪਹਿਲਾਂ ਇਹਨਾਂ ਦੇ ਘਰ ਔਲਾਦ ਹੋਈ, ਉਹ ਤਾਂ ਨਾਨਕਿਆਂ ਦੇ ਘਰ ਬੱਚੀ ਜਨਮੀ। ਜੇ ਇਸ ਵਾਰ ਕਿਤੇ ਪਟਵਾਰੀਆਂ ਦੇ ਘਰ ਪੁੱਤਰ ਹੋ ਜਾਏ ਤਾਂ ਮੈਨੂੰ ਕੀ ਦੇਣਗੇ। ਦੌਲਤਾਂ ਦਾਈ ਮਨ ਵਿੱਚ ਇਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਦੀ, ਜੇ ਇਹਨਾਂ ਦੇ ਪੁੱਤਰ ਹੋਇਆ ਮੈਂ ਪਟਵਾਰੀਆਂ ਤੋਂ ਥੋੜੇ ਪੈਸੇ ਮੰਗ ਲਾਂਗੀ, ਜਾਂ ਫਿਰ ਮੈਂ ਮਹਿਤਾ ਕਾਲੂ ਨੂੰ ਕਵਾਂਗੀ ਮੇਰੇ 2-3 ਬੱਚੇ ਨੇ, ਜਗ੍ਹਾ ਥੋੜੀ ਹੈ, ਮੈਨੂੰ ਕਿਤੇ ਥੋੜੀ ਜੇ ਰਾਜੇ ਤੋਂ ਜਗ੍ਹਾ ਦਵਾ ਦੇ, ਜਾਂ ਮੈਂ ਕਵਾਂਗੀ ਮੈਨੂੰ ਆਹ ਕੋਈ ਦੇ ਦੇ। ਇਸ ਤਰ੍ਹਾਂ ਦੌਲਤਾਂ ਦਾਈ ਰੋਜ਼ ਆਉਂਦੀ ਹੈ, ਮਾਂ ਤ੍ਰਿਪਤਾ ਦੀ ਸੇਵਾ ਕਰਕੇ ਚਲੀ ਜਾਂਦੀ ਹੈ। ਮਨ ਵਿੱਚ ਕਈ ਫੁਰਨੇ ਆਉਂਦੇ ਨੇ, ਖੁਸ਼ੀ ਹੋਈ ਤਾਂ ਮੈਂ ਆਹ ਕੁਝ ਮੰਗਣਾ, ਪੁੱਤਰ ਹੋਇਆ ਤਾਂ ਮੈਂ ਆਹ ਕੁਝ ਮੰਗਣਾ। ਇਸ ਤਰ੍ਹਾਂ ਦੌਲਤਾਂ ਦਾਈ ਰੋਜ਼ ਸੋਚਦੀ ਹੈ, ਮਨ ਦੇ ਅੰਦਰ ਚਾਓ ਹੁਲਾਸ ਵੱਧਦਾ ਜਾਂਦਾ ਹੈ। ਆਕਾਸ਼ ਵਿਖੇ ਜੇ ਬਾਸੀ, ਮੰਗਲ ਕਰੇ ਸਿਮਰ ਅਬਿਨਾਸੀ। ਭਾਈ ਸੰਤੋਖ ਸਿੰਘ ਲਿਖਦੇ, ਇਸ ਤਰ੍ਹਾਂ ਦਾ ਮੰਗਲ ਮੀਨਿੰਗ ਇੱਥੇ ਹੈ ਖੁਸ਼ੀ। ਇਸ ਤਰ੍ਹਾਂ ਦੀ ਖੁਸ਼ੀ ਦੌਲਤਾਂ ਦਾਈ ਦੇ ਮਨ ਵਿੱਚ ਹੈ, ਜਿਹੜੀ ਨਾਸ਼ ਨਹੀਂ ਹੁੰਦੀ। ਘਰ ਵਿੱਚ ਆਉਂਦੀ ਹੈ ਤੇ ਖੁਸ਼ੀ ਪੈਦਾ ਹੁੰਦੀ, ਫਿਰ ਆਪਣੇ ਘਰ 'ਚ ਚਲੀ ਜਾਂਦੀ। ਹੁਣ ਉਹਨੂੰ ਵੱਖਰਾ ਜਿਹਾ ਆਨੰਦ ਮਿਲਦਾ ਹੈ। ਜ਼ਿੰਦਗੀ ਵਿੱਚ ਐਦਾਂ ਦੀ ਕਦੇ ਖੁਸ਼ੀ ਨਹੀਂ ਆਈ। ਅੱਗੇ ਲੋਕਾਂ ਦੇ ਘਰੋਂ ਸੇਵਾ ਕਰਕੇ ਜਾਣਾ, ਜਾਣ ਲੱਗਿਆਂ ਦਾਣੇ ਆਟਾ ਲੈ ਜਾਣਾ, ਪਰਿਵਾਰ ਵਿੱਚ ਜਾ ਕੇ ਫਿਰ ਕਲੇਸ਼ ਹੋਣਾ, ਘਰ ਦੇ ਹੋਰ ਚਿੰਤਾ ਪਰੇਸ਼ਾਨੀਆਂ ਵਿੱਚ ਦਾਈ ਨੇ ਦੁਖੀ ਰਹਿਣਾ। ਪਰ ਹੁਣ ਪਤਾ ਨਹੀਂ ਕਿਉਂ ਕੁਝ ਦਿਨ ਲੰਘੇ ਨੇ, ਇਹਨੂੰ ਘਰ ਵਿੱਚ ਵੀ ਖੁਸ਼ੀ ਤੇ ਆਨੰਦ ਰਹਿੰਦਾ ਹੈ। ਲੈ ਨਿਜ ਹਾਥਨ ਸੰਖ ਬਜਾਏ, ਜੈ 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 ਮੁਖ ਬਚਨ ਸੁਨਾਏ। ਭਾਈ ਸੰਤੋਖ ਸਿੰਘ ਲਿਖਦੇ, ਇੱਕ ਵੱਖਰਾ ਹੀ ਨਾਦ ਤਲਵੰਡੀ ਵਿੱਚ ਗੁੱਜਣ ਲੱਗ ਪਿਆ। ਇੰਜ ਲੱਗਦਾ ਜਿਵੇਂ ਦੇਵਤੇ ਰੋਜ਼ ਸੰਖ ਵਜਾਉਂਦੇ ਹੁਣ ਤਲਵੰਡੀ ਤੇ ਆ ਗਿਆ। ਲੋਕਾਂ ਦੀ ਸੁਰਤ ਸਥਿਰ ਹੋਣ ਲੱਗ ਪਈ, ਬਿਕਾਰੀ ਬਿਰਤੀ ਮਨ ਵਿੱਚੋਂ ਖਤਮ ਹੋ ਗਈ।
ਗਰੀਬ ਲੋਕ ਵੀ ਅਤ ਦਾ ਸਕੂਨ ਤੇ ਸੁਖ ਵਿੱਚ ਰਹਿਣ ਲੱਗੇ। ਅੰਮ੍ਰਿਤ ਮਿਲ ਕਰ ਮਲਿਆ ਕਸਾਈ, ਕੁੰਕਮ ਪੁਨ ਕਨਸਾਰ ਮਿਲਾਈ। ਕਹਿੰਦੇ ਸੁਗੰਧੀ ਤਾਂ ਇੰਜ ਲੱਗਦੀ ਹੈ ਜਿਵੇਂ ਦੇਵਤੇ ਹਿਮਾਲਿਆ ਪਰਬਤ ਤੋਂ ਕਿਤੇ ਚੰਦਨ ਲਿਆ ਕੇ ਘਸਾ ਕੇ ਛਿੜਕ ਗਏ ਹੋਣ ਤਲਵੰਡੀ ਵਿੱਚ। ਅਤ ਦੀ ਸੁਗੰਧਤ ਸੁਖ ਆਨੰਦ ਤੇ ਖੁਸ਼ੀ ਨਾਲ ਰਾਏ ਭੋਇੰ ਦੀ ਤਲਵੰਡੀ ਭਰ ਗਈ। ਰਾਜਾ ਰਾਏ ਬੁਲਾਰ ਕਈ ਵਾਰ ਮਹਿਤਾ ਕਲਿਆਣ ਦਾਸ ਨੂੰ ਪੁੱਛਦਾ ਤਾਂ ਘਰ ਵਿੱਚ ਕਈ ਗੱਲਾਂ ਚੱਲ ਰਹੀਆਂ ਨੇ। ਅੱਜ ਭਾਈ ਸੰਤੋਖ ਸਿੰਘ ਲਿਖਦੇ ਦੌਲਤਾਂ ਦਾਈ ਆਈ, ਇਹਨੂੰ ਘਰ ਪਰਿਵਾਰ ਵਿਹੜੇ ਵਿੱਚ ਬੈਠਾ ਪਟਵਾਰੀ ਮਹਿਤਾ ਕਲਿਆਣ ਦਾਸ ਵੀ ਮਿਲ ਪਿਆ। ਇਹਨੇ ਪਹਿਲਾਂ ਬਜ਼ੁਰਗਾਂ ਨੂੰ ਪਿਆਰ ਨਾਲ ਨਮਸਕਾਰ ਕੀਤੀ, ਬਾਬਾ ਸ਼ਿਵ ਰਾਮ ਬੇਦੀ ਜੀ ਨੂੰ। ਦੋਵੇਂ ਪਿਓ ਪੁੱਤਰ ਮੰਜੇ ਤੇ ਬੈਠੇ ਸਨ। ਨਾਲ ਹੀ ਗੁਰੂ ਨਾਨਕ ਸਾਹਿਬ ਦੇ ਚਾਚਾ ਬਾਬਾ ਲਾਲੂ ਜੀ ਬੈਠੇ ਨੇ। ਕੋਲ ਹੀ ਬਿਰਧ ਮਾਈ ਮਾਤਾ ਬਨਾਰਸੀ ਦੇਵੀ ਬੈਠੀ ਹੈ। ਅੱਜ ਦੌਲਤਾਂ ਦਾਈ ਨੇ ਕਿਹਾ ਸਾਰਾ ਪਰਿਵਾਰ ਇਕੱਠਾ ਹੈ, ਅੱਜ ਮੈਨੂੰ ਮਨ ਦੀ ਗੱਲ ਕਹਿ ਦੇਣੀ ਚਾਹੀਦੀ ਹੈ। ਕੋਲ ਹੋ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਪਿਆਰ ਨਾਲ ਕਿਹਾ, ਪਟਵਾਰੀ ਮਹਿਤਾ ਕਲਿਆਣ ਦਾਸ ਜੀ, ਜੇ ਇਸ ਵਾਰ ਖੁਦਾ ਦੀ ਨਜ਼ਰ ਹੋਈ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਤਾਂ ਵੇਖਿਓ ਕੰਜੂਸੀ ਨਾ ਕਰਿਓ। ਇੰਨਾ ਅਮੀਰ ਘਰ ਹੈ ਪੂਰੀ ਤਲਵੰਡੀ ਚੋਂ ਤੁਹਾਡਾ, ਇਸ ਵਾਰ ਕੰਜੂਸੀ ਨਾ ਕਰਿਓ, ਦਿਲ ਖੋਲ ਕੇ ਦਾਨ ਦਿਓ। ਇਸ ਵਾਰ ਮਹਿਤਾ ਕਲਿਆਣ ਦਾਸ ਮੈਨੂੰ ਥੋੜੀ ਜਿਹੀ ਮਾਇਆ ਦੇ ਦੇਈ, ਘਰ ਵਿੱਚੋਂ ਗਰੀਬੀ ਮੁੱਕ ਜਾਏਗੀ। ਮੋਰੇ ਸਰਦੀ ਦੀ ਰੁੱਤ ਆ ਰਹੀ ਹੈ, ਮੈਨੂੰ ਇੱਕ ਗਰਮ ਬਿਸਤਰਾ ਦੇ ਦੇਈ, ਇੱਕ ਅੱਧਾ ਸੂਟ ਦੇ ਦੇਈ। ਮਹਿਤਾ ਕਲਿਆਣ ਦਾਸ ਘਰ ਵਿੱਚੋਂ ਕਣਕ ਮੁੱਕ ਗਈ ਹੈ, 2 ਮਣ ਕਣਕ ਵੀ ਦੇ ਦੇਈ। ਅੱਜ ਪਤਾ ਨਹੀਂ ਕੀ ਦੌਲਤਾਂ ਦਾਈ ਮੰਗਣ ਲੱਗ ਪਈ। ਮੰਗਦਿਆਂ ਮੰਗਦਿਆਂ ਅੱਖਾਂ ਵਿੱਚ ਵਿਰਾਗ ਆ ਗਿਆ। ਕੌਣ ਦੱਸੇ ਦੌਲਤਾਂ ਦਾਈ, ਤੂੰ ਦਾਣੇ ਮੰਗਦੀ ਹੈ, ਤੂੰ ਪਦਾਰਥ ਮੰਗ ਰਹੀ ਹੈ, ਤੂੰ ਪਟਵਾਰੀਆਂ ਦੇ ਘਰ ਦੇ ਵਿੱਚੋਂ ਪੈਸੇ ਮੰਗ ਰਹੀ ਹੈ। ਦੌਲਤਾਂ ਦਾਈ ਤੂੰ ਤੇ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਭਾਗਾਂ ਵਾਲੀ ਔਰਤ ਹੈ। ਇਸ ਧਰਤੀ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜਨਮ ਦੇਣ ਵਾਲੀ ਮਾਂ ਨੂੰ ਬਾਅਦ ਵਿੱਚ ਹੋਣਗੇ, ਪਹਿਲਾਂ ਦੌਲਤਾਂ ਦਾਈ ਨੂੰ ਹੋਣਗੇ। ਦੁਨੀਆ ਦੀ ਸਭ ਤੋਂ ਭਾਗਾਂ ਵਾਲੀ ਔਰਤ ਹੈ ਦੌਲਤਾਂ ਦਾਈ। ਪਤਾ ਕਿਉਂ? ਇਸ ਧਰਤੀ ਤੇ ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਏ ਨੇ ਤੇ ਦੌਲਤਾਂ ਦਾਈ ਨੂੰ ਹੋਏ। ਬਾਕੀ ਦੁਨੀਆ ਨੇ ਬਾਅਦ ਵਿੱਚ ਦਰਸ਼ਨ ਕੀਤੇ, ਸਭ ਤੋਂ ਪਹਿਲੇ ਦਰਸ਼ਨ ਦੌਲਤਾਂ ਦਾਈ ਨੂੰ। ਦੌਲਤਾਂ ਦਾਈ ਤੂੰ ਤੇ ਪਹਿਲਾਂ ਹੀ ਭਾਗਾਂ ਵਾਲੀ ਹੈ। ਮੰਗਦਿਆਂ ਮੰਗਦਿਆਂ ਰੋ ਪਈ। ਪਟਵਾਰੀ ਮਹਿਤਾ ਕਲਿਆਣ ਦਾਸ ਨੇ ਕੋਲ ਹੋ ਕੇ ਕਿਹਾ, ਮਾਈ ਰੋ ਨਾ, ਜੋ ਤੂੰ ਕਹੇਂਗੀ ਤੇਰੇ ਮਨ ਇੱਛਾ ਦੇ ਅਨੁਸਾਰ ਜੋ ਮੰਗੇਂਗੀ ਤੇਰੀ ਝੋਲੀ ਪਾਵਾਂਗੇ। ਪੈਸੇ ਚਾਹੀਦੇ ਨੇ, ਦਾਣੇ ਚਾਹੀਦੇ ਨੇ, ਬਿਸਤਰਾ ਚਾਹੀਦਾ, ਤੇਰੇ ਬੱਚਿਆਂ ਲਈ ਜੋ ਚਾਹੀਦਾ ਦਵਾਂਗੇ। ਖੁਦਾ ਨਜ਼ਰ ਕਰੇ ਸਾਡੇ ਘਰ ਬਾਲਕ ਹੋਵੇ। ਕਾਲੂ ਕੇ ਮੰਦਰ ਪਰ ਚਰਚੇ, ਮੰਦਾਰਨ ਕੁਸਮਾਂਜਲ ਅਰਚੇ। ਭਾਈ ਸੰਤੋਖ ਸਿੰਘ ਲਿਖਦੇ ਇਸ ਤਰ੍ਹਾਂ ਸੰਮਤ 926 ਭਾਈ ਸੰਤੋਖ ਸਿੰਘ ਲਿਖਦੇ 1526 ਸੰਮਤ ਹੈ, ਸਨ 1469 ਈਸਵੀ ਆਈ ਹੈ। ਉਰਜ ਮਾਸ ਦੀ ਪੂਰਨਮਾਸ਼ੀ ਦਾ ਅਰਥ ਹੈ ਕੱਤਕ ਦੀ ਪੂਰਨਮਾਸ਼ੀ ਆ ਗਈ ਹੈ। ਸਰਦੀ ਦੀ ਰੁੱਤ ਹੈ, ਪੂਰਨਮਾਸ਼ੀ ਵਿੱਚ ਇੱਕ ਦਿਨ ਰਹਿ ਗਿਆ। ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਣਾ। ਦੌਲਤਾਂ ਦਾਈ ਅੱਜ ਸਵੇਰ ਤੋਂ ਆਈ ਹੈ, ਸ਼ਾਮਾਂ ਤੱਕ ਘਰ ਨਹੀਂ ਗਈ। ਰਾਤ ਪੈ ਗਈ ਤਾਂ ਬਹੁਤ ਦੇਰ ਰਾਤ ਨਾਲ ਕਹਿੰਦੀ ਹੈ, ਮੈਨੂੰ ਘਰ ਛੱਡ ਆਵੋ, ਅਜੇ ਸਮਾਂ ਹੈ, ਕੱਲ ਸਵੇਰੇ ਸਵਖਤੇ ਮੈਂ ਫਿਰ ਆ ਜਾਵਾਂਗੀ। ਭਾਇਨ ਸੇਬੀ ਮਾਇਨ ਕਲੀਨਾ, ਭਈ ਪ੍ਰਸੂਤਾ ਅਤ ਸੁਖ ਲੀਨਾ। ਭਾਈ ਸੰਤੋਖ ਸਿੰਘ ਲਿਖਦੇ ਥੋੜਾ ਹਨੇਰਾ ਪਿਆ ਤੇ ਘਰ ਦੀ ਨੌਕਰਾਣੀ ਨੂੰ ਕਿਹਾ, ਦੌਲਤਾਂ ਨੂੰ ਘਰ ਛੱਡ ਆ। ਤਾਂ ਉਹ ਘਰ ਦੀ ਨੌਕਰਾਣੀ ਤੁਲਸਾ ਬਾਈ ਬਿਰਧ ਮਾਈ ਦਾਈ ਦੌਲਤਾਂ ਦਾਈ ਨੂੰ ਘਰ ਛੱਡ ਆਈ। ਸਵੇਰੇ ਦਿਨ ਚੜਾ ਹੋਇਆ। ਉਸੇ ਵਕਤ ਬਨਾਰਸੀ ਦੇਵੀ ਮਾਤਾ ਨੇ ਆਪਣੇ ਘਰ ਦੀ ਨੌਕਰਾਣੀ ਨੂੰ ਕੱਲਿਆ, ਜਾ ਜਲਦੀ ਨਾਲ ਜਾ, ਬਾਅਦ ਵਿੱਚ ਭਾਂਡੇ ਬਰਤਨ ਧੋ ਲਈ, ਪਹਿਲਾਂ ਦੌਲਤਾਂ ਦਾਈ ਨੂੰ ਬੁਲਾ ਕੇ ਲਿਆ। ਉਹਨੂੰ ਕਹਿ ਤ੍ਰਿਪਤਾ ਦੀ ਹਾਲਤ ਠੀਕ ਨਹੀਂ ਹੈ,
ਘਟ ਦੀਪ ਦੀਪਤ ਗ੍ਰਹਿ ਜਾਨੋ ਸਭ ਘਟ ਗਈ ਬਾਲ ਰਵ ਮਾਨੋ। ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ, ਤੁਲਸਾ ਬਾਈ ਨੇ ਝਾੜੂ ਲਾਉਣਾ, ਬਰਤਨ ਮਾਂਜਣੇ ਉੱਥੇ ਛੱਡ ਦਿੱਤੇ। ਘਰ ਦੀ ਮਾਲਕ ਬਿਰਧ ਮਾਈ ਗੁਰੂ ਨਾਨਕ ਸਾਹਿਬ ਦੀ ਦਾਦੀ ਬਨਾਰਸੀ ਦੇਵੀ ਦੇ ਕਹਿਣ ਤੇ ਕਾਹਲੀ ਨਾਲ ਦੌੜ ਕੇ ਗਈ ਦੌਲਤਾਂ ਦੇ ਘਰ। ਲਹਿੰਦੇ ਪਾਸੇ ਦਾ ਘਰ ਸੀ, ਇਹਨੂੰ ਛੇਤੀ ਨਾਲ ਬੁਲਾਇਆ, ਤੈਨੂੰ ਘਰ ਸੱਦਿਆ ਪਟਵਾਰੀਆਂ ਨੇ, ਛੇਤੀ ਆ ਦੌਲਤਾਂ ਦਾਈ, ਮਾਈ ਤ੍ਰਿਪਤਾਂ ਦੀ ਸਿਹਤ ਠੀਕ ਨਹੀਂ ਹੈ। ਤਿਪਤ ਤੇਜ ਜੇ ਕਾਤ ਨੂਪਾ ਬਿਸਮੈ ਤਾਏ ਹੇਰ ਜਿਸ ਰੂਪਾ। ਤਾਂ ਦੌਲਤਾਂ ਦਾਈ ਪਹੁੰਚ ਗਈ ਉਸੇ ਵਕਤ। ਭਾਈ ਸੰਤੋਖ ਸਿੰਘ ਲਿਖਦੇ, ਉਸ ਦਿਨ ਸੰਮਤ 9 ਖਟ ਸਹਿਸ ਛਬੀਸ਼ਾ ਪੇ ਅਵਤਾਰ ਪ੍ਰਗਟ ਜਗਦੀਸ਼ਾ। 9 ਤੇ 6 ਭਾਈ ਸੰਤੋਖ ਸਿੰਘ ਲਿਖਦੇ, 9 ਤੇ ਖਟ 9 ਤੇ 6 ਹੁੰਦੇ ਨੇ 15, ਭਾਵ 1500। ਸਹਿਸ ਦਾ ਅਰਥ ਹੈ 100, 1500 ਛਬੀਸ਼ਾ ਦਾ ਅਰਥ ਹੈ 26। ਸੰਮਤ 1526, 9 ਤੇ 6 15, ਛਬੀਸ਼ਾ ਦਾ ਅਰਥ 26, ਸਹਿਸ ਦਾ ਅਰਥ 100। 900 ਭਾਵ 1526 ਸੰਮਤ ਸਨ 1469। ਇਹ ਤੁਹਾਡੇ ਧਿਆਨ ਵਿੱਚ ਰਹੇਗੀ। ਈਸਵੀ ਦੇ ਨਾਲੋਂ ਜਿਹੜਾ ਸੰਮਤ ਹੈ ਅੱਜ ਵੀ 57 ਸਾਲ ਅੱਗੇ ਚੱਲਦਾ, 57 ਸਾਲ। ਜੇ ਹੁਣ ਸਨ 2016 ਚੱਲਦਾ ਤਾਂ ਸੰਮਤ ਜਿਹੜਾ 57 ਸਾਲ ਅੱਗੇ ਚੱਲ ਰਿਹਾ। ਭਾਈ ਸੰਤੋਖ ਸਿੰਘ ਲਿਖਦੇ, ਇਸ ਤਰ੍ਹਾਂ ਸੰਮਤ 1526 ਐਤਵਾਰ ਦਾ ਦਿਨ ਆਇਆ, ਉਹ ਪੂਰਨਮਾਸ਼ੀ ਦਾ ਦਿਨ ਸੀ। ਸਵਖਤੇ ਸੱਦ ਲਿਆ ਸਾਜਰੇ ਦੌਲਤਾਂ ਦਾਈ ਨੂੰ, ਉਹਨੇ ਆ ਕੇ ਹਾਲਤ ਪਾਣੀ ਵੇਖਿਆ ਸਭ ਕੁਝ, ਤਾਂ ਸੇਵਾ ਕਰਕੇ ਕੁਝ ਮਿੰਟਾਂ ਬਾਅਦ ਕਿਹਾ ਦਾਦੀ ਬਨਾਰਸੀ ਦੇਵੀ ਨੂੰ, ਮਾਤਾ ਜੀ ਅਜੇ ਸਮਾਂ ਹੈ ਪਰ ਮੈਂ ਜਾਵਾਂਗੀ ਨਹੀਂ, ਅੱਜ ਸਾਰਾ ਦਿਨ ਹੀ ਇੱਥੇ ਰਹਿਣਾ ਹੈ। ਜਨਮਤ ਮਿਰਦਲ ਬਾਲ ਮੁਸਕਾਈ ਸਗਨ ਕੁਸਗਨ ਨਾ ਜਾਣਿਓ ਜਾਈ। ਅੱਜ ਪੂਰੇ ਘਰ ਪਰਿਵਾਰ ਵਿੱਚ ਖੁਸ਼ੀ ਭਰ ਗਈ। ਦਿਨ ਦਾ ਚੜਾ ਹੋਇਆ। ਮਹਿਤਾ ਕਾਲੂ ਜੀ ਪੁੱਛ ਪਛਾ ਕੇ ਫਿਰ ਕੰਮ ਤੇ ਚਲੇ ਗਏ। ਤਾਂ ਘਰ ਵਿੱਚ ਬਜ਼ੁਰਗ ਸਾਰਾ ਦਿਨ ਉਡੀਕ ਵਿੱਚ ਨੇ। ਆਂਢ ਗੁਆਂਢ ਪਿਆਰ ਵਾਲੇ ਖਬਰ ਲੈ ਰਹੇ ਨੇ। ਦਿਨ ਗੁਜ਼ਰਦਿਆਂ ਸਮਾਂ ਨਾ ਲੰਘਿਆ, ਰਾਤ ਆ ਗਈ। ਰਾਤ ਪਈ। ਭਾਈ ਸੰਤੋਖ ਸਿੰਘ ਲਿਖਦੇ, ਪੂਰਨਮਾਸ਼ੀ ਦੀ ਰਾਤ ਹੈ। ਸਵੇਰ ਤੋਂ ਆਈ ਹੋਈ ਦੌਲਤ ਆਪਣੇ ਘਰ ਨਾ ਗਈ। ਅਨੰਤ ਬਾਲ ਜਨਮਤ ਸਭ ਰੋਤੇ ਬਿਗਸਤ ਇਹ ਜਿਵ ਆਨੰਦ ਹੋਤੇ। ਤਾਂ ਭਾਈ ਸੰਤੋਖ ਸਿੰਘ ਲਿਖਦੇ, ਰਾਤ ਪਈ। ਇਸ ਜਗਤ ਦਾ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਪ੍ਰਕਾਸ਼ ਹੋਣਾ। ਤਾਂ ਪੂਰਨਮਾਸ਼ੀ ਦੀ ਰਾਤ ਸੀ। ਇਹ ਰਾਤ ਜਾਗਦਿਆਂ ਲੰਘੀ ਦੌਲਤਾਂ ਦਾਈ ਦੀ। ਘਰ ਪਰਿਵਾਰ ਵਾਲੇ ਨੂੰ ਕਿਸੇ ਨੂੰ ਨੀਂਦ ਨਾ ਪਈ। ਜਦੋਂ ਘਰ ਵਿੱਚ ਖੁਸ਼ੀ ਹੋਵੇ ਜਾਂ ਫਿਰ ਦੁੱਖ ਹੋਵੇ, ਉਦੋਂ ਨੀਂਦ ਘਟ ਜਾਂਦੀ ਹੈ, ਖਾਣਾ ਵੀ ਘਟਦਾ ਹੈ। ਜਿਨ੍ਹਾਂ ਘਰਾਂ ਵਿੱਚ ਵਿਆਹ ਸ਼ਾਦੀ ਹੋਵੇ ਉਹਨਾਂ ਨੂੰ ਪੁੱਛ ਕੇ ਵੇਖੋ, ਨੀਂਦ ਨਹੀਂ ਆਉਂਦੀ ਸਾਰੀ ਰਾਤ। ਖੁਸ਼ੀ ਦੇ ਵਿੱਚ ਵੀ ਨੀਂਦ ਘਟਦੀ ਹੈ, ਭੁੱਖ ਘਟਦੀ ਹੈ। ਤਾਂ ਅੱਜ ਖੁਸ਼ੀ ਸੀ, ਉਤਸੁਕਤਾ ਸੀ। ਅਸਮਾਨ ਵਿੱਚ ਚੰਦਰਮੇ ਦੀ ਲੋ ਹਨੇਰਾ ਪੈਂਦਿਆਂ ਸਾਰ ਲੱਗ ਗਈ। ਪੂਰਨਮਾਸ਼ੀ ਦੀ ਰਾਤ ਹੈ। ਚੰਦਰਮਾ ਬਿਲਕੁਲ ਵਿਹੜੇ ਦੇ ਉੱਪਰ ਆ ਖਲੋਤਾ ਹੈ। ਬੇਰੀ ਦੇ ਲਾਗੇ ਵਿਹੜੇ ਵਿੱਚ 2 ਮੰਜੇ ਡਏ ਨੇ। ਇੱਕ ਮੰਜੇ ਉੱਤੇ ਬਜ਼ੁਰਗ ਬਾਬਾ ਸ਼ਿਵਰਾਮ ਬੇਦੀ ਬੈਠੇ ਨੇ। ਉਹਨਾਂ ਦੇ ਪੌਂਦੀਆਂ ਪਿਤਾ ਮਹਿਤਾ ਕਲਿਆਣ ਦਾਸ ਬੈਠੇ ਨੇ। ਇੱਕ ਮੰਜੇ ਉੱਤੇ ਬਿਰਧ ਮਾਈ ਮਾਤਾ ਬਨਾਰਸੀ ਦੇਵੀ ਹੈ। ਉਹਨੇ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਨਿੱਕੀ ਜਿਹੀ ਇੱਕ 5 ਸਾਲ ਦੀ ਬੱਚੀ ਨੂੰ ਸੁਲਾਇਆ ਹੋਇਆ ਹੈ, ਪਰ ਉਹਦੀਆਂ ਅੱਖਾਂ ਵਿੱਚ ਨੀਂਦ ਨਹੀਂ ਹੈ। ਬਾਰ-ਬਾਰ ਦਾਦੀ ਕਹਿੰਦੀ ਹੈ, ਬੇਟਾ ਸੌਂ ਜਾ। ਫਿਰ ਉੱਠ ਕੇ ਬੇਬੇ ਨਾਨਕੀ ਬਹਿ ਜਾਂਦੀ ਹੈ। ਅਰਧ ਰਾਤ ਹੋ ਗਈ। 5 ਸਾਲ ਦੀ ਬਾਲਕ ਬੇਬੇ ਨਾਨਕੀ ਨਹੀਂ ਸੌਂਦੀ। ਅਲਪ ਬੁੱਧ ਕਿਉ ਤਾਏ ਲਖਾਹੀ ਜਨਮ ਮਰਨੇ ਸਪੀਰਾ ਨਾਹੀ। ਭਾਈ ਸੰਤੋਖ ਸਿੰਘ ਲਿਖਦੇ, ਇਹਨੂੰ ਕਹਿੰਦੇ ਨੇ ਬਹੁਤ ਅਧਿਕ ਬੁੱਧੀ ਵਾਲੀ ਬੇਬੇ ਨਾਨਕੀ। ਅਲਪ ਬੁੱਧ ਦੀ ਮਾਲਕ ਨਹੀਂ ਹੈ। ਅਰਧ ਰਾਤ ਹੋ ਗਈ, ਨੀਂਦ ਨਹੀਂ ਪੈਂਦੀ। ਉਹ ਸੌਂ ਕਿਵੇਂ ਜਾਵੇ?
ਜਿਸ ਉਸ ਰੂਹ ਨੂੰ ਪਤਾ ਹੈ ਇਸ ਧਰਤੀ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਸਭ ਤੋਂ ਪਹਿਲਾਂ ਜੇ ਕਿਸੇ ਨੇ ਪਹਿਚਾਣ ਕੀਤੀ ਹੈ ਬੇਬੇ ਨਾਨਕੀ ਨੇ ਕੀਤੀ। ਪੂਰੇ ਪਰਿਵਾਰ ਵਿੱਚੋਂ ਜੇ ਕਿਸੇ ਨੂੰ ਪਹਿਚਾਣ ਆਈ ਤਾਂ ਬੇਬੇ ਨਾਨਕੀ ਨੂੰ ਪਹਿਚਾਣ ਆਈ। ਮੇਰਾ ਵੀਰ ਸੰਸਾਰ ਦਾ ਕੋਈ ਆਮ ਵਿਅਕਤੀ ਨਹੀਂ, ਮੇਰਾ ਵੀਰ ਗੁਰੂ ਨਾਨਕ ਪੀਰਾਂ ਦਾ ਪੀਰ ਹੈ। ਇਹ ਗੱਲ ਸਿਰਫ ਬੇਬੇ ਨਾਨਕੀ ਨੂੰ ਸਭ ਤੋਂ ਪਹਿਲਾਂ ਪਹਿਚਾਣ ਵਿੱਚ ਆਈ। ਅੱਜ ਉਹ ਰੂਹ ਨੂੰ ਨੀਂਦ ਕਿਵੇਂ ਆਵੇ? ਅਰਧ ਰਾਤ ਟੱਪ ਗਈ, ਨਾ ਸੌਵੇ ਬੇਬੇ ਨਾਨਕੀ ਤਾਂ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਦਾਦੀ ਸੁਲਾਉਣ ਦਾ ਯਤਨ ਕਰ ਰਹੀ ਸੀ। ਅੱਧੀ ਰਾਤ ਲੰਘਦਿਆਂ ਸਮਾਂ ਲੰਘ ਗਿਆ। ਚੰਦਰਮਾ ਥੋੜਾ ਵਿਹੜੇ ਤੋਂ ਦੂਜੇ ਪਾਸੇ ਹੋਣ ਲੱਗਾ, ਭਾਵ ਅੰਮ੍ਰਿਤ ਵੇਲਾ ਹੋਣ ਵਾਲਾ ਸੀ। ਦਾਸੀ ਦੌਰ ਦਈ ਸੁਧ ਕਾਲੋ, ਲਿਹੋ ਵਧਾਈ ਅਨੰਦ ਬੇਸਾਲੋ। ਭਾਈ ਸੰਤੋਖ ਸਿੰਘ ਲਿਖਦੇ ਅੰਮ੍ਰਿਤ ਵੇਲਾ ਹੋਣ ਵਾਲਾ ਸੀ। ਪਰਿਵਾਰ ਦੀਆਂ ਅੱਖਾਂ ਵਿੱਚ ਨੀਂਦ ਨਾ ਪਈ ਤਾਂ ਅੰਦਰ ਕਮਰੇ ਵਿੱਚੋਂ ਕੁਝ ਘੰਟੇ ਥੋੜਾ ਬਹੁਤਾ ਅੱਖਾਂ ਦੀ ਭਾਫ ਕੱਢ ਕੇ ਚਾਚਾ ਲਾਲੂ ਵੀ ਉੱਠ ਕੇ ਆ ਗਿਆ। ਤਾਂ ਬਾਬਾ ਲਾਲੂ ਜੀ ਵੀ ਪੁੱਛਦੇ ਨੇ, ਕੋਈ ਖਬਰ ਠੀਕ ਹੈ? ਸਭ ਕੁਝ ਦਾਈ ਨੂੰ ਪੁੱਛੋ ਤੇ ਸਹੀ। ਘਰ ਦੀ ਨੌਕਰਾਣੀ ਤੁਲਸਾ ਬਾਈ ਕਈ ਵਾਰ ਪਾਣੀ ਦਾ ਪਤੀਲਾ ਅੰਦਰ ਲੈ ਕੇ ਗਈ। ਹੁਣ ਬੜੀ ਖੁਸ਼ੀ ਦਾ ਮਾਹੌਲ ਬਣਿਆ। ਅੰਮ੍ਰਿਤ ਵੇਲਾ ਹੋਇਆ ਤਾਂ ਭਾਈ ਸੰਤੋਖ ਸਿੰਘ ਲਿਖਦੇ ਦੌਲਤਾਂ ਦਾਈ ਨੇ ਉਹ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਸ ਕਮਰੇ ਚੋਂ ਬਾਹਰ ਆਈ ਤਾਂ ਭਾਈ ਸੰਤੋਖ ਸਿੰਘ ਲਿਖਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਇਹ ਦੌਲਤਾਂ ਦਾਈ ਇੱਕ ਵਾਰ ਪਰਿਵਾਰ ਵਾਲਿਆਂ ਨੂੰ ਹੌਸਲਾ ਦੇ ਕੇ ਗਈ। ਕਹਿਣ ਲੱਗੀ, ਚਿੰਤਾ ਨਾ ਕਰੋ, ਸਭ ਕੁਝ ਠੀਕ ਹੈ। ਛੇਤੀ ਹੀ ਮੇਰਾ ਖੁਦਾ, ਮੇਰਾ ਅੱਲਾ ਤੁਹਾਨੂੰ ਖੁਸ਼ੀ ਦੀ ਖਬਰ ਦੇਵੇਗਾ। ਮਾਨ ਪਾਤਾਤ ਤੁਮਾਰੇ, ਮੰਗਲ ਕਰੋ ਬੇਬਦ ਪ੍ਰਕਾਰੇ। ਤਾਂ ਉਹ ਵਕਤ ਉਹ ਸਮਾਂ ਆ ਗਿਆ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਧਰਤੀ ਦੇ ਮਾਲਕ ਨੇ ਪ੍ਰਕਾਸ਼ ਲੈਣਾ ਸੀ। ਬੜਾ ਇੰਤਜ਼ਾਰ ਹੋਇਆ। ਭਾਈ ਸੰਤੋਖ ਸਿੰਘ ਲਿਖਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, 8 ਮੁਖੀਆ ਦੀਵਾ ਜਿਹੜਾ ਕਮਰੇ ਵਿੱਚ ਜਗ ਰਿਹਾ ਸੀ, ਕਿਉਂਕਿ ਲਾਈਟ ਜਗਾਉਣੀ ਪੈਣੀ ਸੀ, ਉਦੋਂ ਦੀਵਿਆਂ ਦਾ ਸਿਸਟਮ ਸੀ। ਇਸ ਤਰ੍ਹਾਂ ਦੀਵਾ ਬਣਾ ਕੇ 8 ਮੂੰਹਾਂ ਵਾਲਾ, 8 ਬੱਤੀਆਂ ਵਾਲਾ ਉਹ ਚਾਨਣ ਦੀਵਾ ਜਗ ਰਿਹਾ ਸੀ। ਭਾਈ ਸੰਤੋਖ ਸਿੰਘ ਲਿਖਦੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, 8 ਮੁਖੀਏ ਦੀਵੇ ਦੀ ਲੋ ਵੀ ਮੱਧਮ ਪੈ ਗਈ। ਦੌਲਤਾਂ ਦਾਈ ਹੈਰਾਨ ਰਹਿ ਗਈ, ਇਹ ਪਹਿਲਾ ਬਾਲਕ ਹੈ ਮੇਰੇ ਹੱਥਾਂ ਵਿੱਚ ਅੱਜ 50 ਸਾਲਾਂ 'ਚ ਪਹਿਲਾ ਬਾਲਕ ਜਨਮਿਆ ਜਿਹੜਾ ਰੋਇਆ ਨਹੀਂ। ਸਭ ਬਾਲਕ ਰੋਂਦੇ ਨੇ। ਸਿਰ ਤੇ ਹੱਥ ਫੇਰਿਆ, ਮੂੰਹ ਸਾਫ਼ ਕੀਤਾ ਕੱਪੜੇ ਨਾਲ ਤਾਂ ਬੜੀ ਹੈਰਾਨਗੀ ਵਾਲੀ ਗੱਲ, ਉਹ ਨਿੱਕਾ ਜਿਹਾ ਨੰਨਾ ਬਾਲਕ ਧੰਨ ਗੁਰੂ ਨਾਨਕ ਨਿਰੰਕਾਰ ਮੁਖ ਤੋਂ ਹੱਸ ਰਹੇ ਸਨ। ਦੌਲਤਾਂ ਹੈਰਾਨ ਹੈ, ਕੁਝ ਪਲਾਂ ਲਈ ਘਬਰੀ ਕਿ ਰੋਇਆ ਕਿਉਂ ਨਹੀਂ। ਫਿਰ ਚਿਹਰੇ ਦੀ ਹਾਸਾ ਤੇ ਮੁਸਕਰਾਹਟ ਵੇਖ ਕੇ ਇਹਨੇ ਹੱਥ ਮੂੰਹ ਸਾਫ਼ ਕਰਕੇ ਵਧਾਈ ਦੇ ਕੇ ਮਾਂ ਤ੍ਰਿਪਤਾ ਜੀ ਦੇ ਨਾਲ ਪਾ ਦਿੱਤਾ। ਸੁਤ ਉਪਜਨ ਕੇ ਸੁਨ ਕਰ ਬੈਨਾ, ਮਨੋ ਜਗਤ ਸੁਖ ਪ੍ਰਾਪਤ ਐਨਾ। ਇਸ ਤਰ੍ਹਾਂ ਮਾਂ ਤ੍ਰਿਪਤਾ ਨੂੰ ਬਾਲਕ ਗੁਰੂ ਨਾਨਕ ਸਾਹਿਬ ਸੌਂਪ ਕੇ ਪਹਿਲਾਂ ਰੱਜ ਕੇ ਦੌਲਤਾਂ ਨੇ ਦਰਸ਼ਨ ਕੀਤੇ। ਬੜੀ ਹੈਰਾਨਗੀ ਨਾਲ ਵੇਖਦੀ ਰਹੀ, ਰੋਇਆ ਕਿਉਂ ਨਹੀਂ ਹੈ, ਹੱਸ ਕਿਉਂ ਰਿਹਾ। ਅੱਖਾਂ, ਮੂੰਹ, ਨੱਕ, ਕੰਨ ਸਭ ਕੁਝ ਚੰਗੀ ਤਰ੍ਹਾਂ ਦੌਲਤਾਂ ਦਾਈ ਨੇ ਦਰਸ਼ਨ ਕੀਤੇ। ਫਿਰ ਨੰਨਾ ਜਿਹਾ ਸਰੀਰ ਨਿਰੰਕਾਰ ਰੂਪ ਗੁਰੂ ਨਾਨਕ ਸਾਹਿਬ ਨੂੰ ਮਾਂ ਤ੍ਰਿਪਤਾ ਦੇ ਨਾਲ ਪਾ ਦਿੱਤਾ। ਫਿਰ ਬਾਹਰ ਆਈ, ਦਰਵਾਜ਼ਾ ਖੋਲਿਆ ਤਾਂ ਵਿਹੜੇ ਵਿੱਚ ਬੈਠੇ ਸਾਰੇ ਜੀਆਂ ਦੀ ਉਤਸੁਕਤਾ ਵਧੀ। ਭਾਈ ਸੰਤੋਖ ਸਿੰਘ ਲਿਖਦੇ ਦਾਸੀ ਦੌਰ ਦਈ ਸੁਧ ਕਾਲੂ, ਲਿਹੋ ਵਧਾਈ ਆਨੰਦ ਵਿਸ਼ਾਲੋ। ਵਿਹੜੇ ਵਿੱਚ ਬੈਠੇ ਪਰਿਵਾਰ ਨੂੰ ਆਵਾਜ਼ ਦੇ ਕੇ ਕਿਹਾ ਦੌਲਤਾਂ ਦਾਈ ਨੇ, ਮਹਿਤਾ ਕਾਲੂ ਪਟਵਾਰੀ ਵਧਾਈ ਹੋਵੇ, ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ। ਸਾਰੇ ਪਰਿਵਾਰ ਨੂੰ ਖੁਸ਼ੀ ਫੈਲ ਗਈ। ਮੰਜੇ ਤੋਂ ਉੱਠ ਖਲੋਤੇ। ਬਿਰਧ ਮਾਈ ਦਾਦੀ ਨੂੰ ਚਾਹ ਚੜਿਆ, ਉੱਠ ਕੇ ਉਸੇ ਵਕਤ ਕਮਰੇ ਵੱਲ ਦੌੜੀ ਤਾਂ ਬਜ਼ੁਰਗ ਨੇ ਉੱਠੇ। ਬਾਬਾ ਸ਼ਿਵ ਰਾਮ ਜੀ ਨੇ ਖੀਸੇ ਵਿੱਚ ਹੱਥ ਪਾਇਆ, ਮੋਹਰਾਂ ਪੈਸੇ ਕੱਢੇ। ਸਭ ਤੋਂ ਪਹਿਲਾਂ ਤੇਰਾ ਮੁਖ ਵਖਤਾਵਰ ਹੋਵੇ, ਲੈ ਦੌਲਤਾਂ ਦਾਈ ਪੈਸੇ ਲੈ। ਤਾਂ ਦੌਲਤਾਂ ਦਾਈ ਨੇ ਅੱਖਾਂ ਭਰ ਲਈਆਂ,
ਚੁੱਪਚਾਪ ਖਲੋ ਗਈ। ਜਨਮ ਰੰਕ ਜੋ ਸਦਨ ਸੰਤਾਨਾ, ਆਨ ਲਗਿਓ ਤਿਉ ਔਰ ਹਰ ਖਾਨਾ। ਕਹਿੰਦੇ ਕਾਤ ਮਾਨ ਪਾਤਾਤ ਤੁਮਾਰੇ, ਮੰਗਲ ਕਰੋ ਵਿਵਿਧ ਪ੍ਰਕਾਰੇ। ਅੱਖਾਂ ਭਰ ਕੇ ਵਿਰਾਗ ਨਾਲ ਦੌਲਤਾਂ ਦਾਈ ਕਹਿੰਦੀ ਹੈ ਪਟਵਾਰੀ ਮਹਿਤਾ ਕਲਿਆਣ ਦਾਸ, ਕੋਈ ਵੱਖਰਾ ਹੀ ਬਾਲਕ ਜਨਮਿਆ ਤੇਰੇ ਘਰ, ਮੈਂ ਅੱਜ ਤੱਕ ਇਸ ਤਰ੍ਹਾਂ ਦਾ ਬਾਲਕ ਨਹੀਂ ਵੇਖਿਆ। ਬਜ਼ੁਰਗ ਕਹਿੰਦਾ ਦੌਲਤਾਂ ਦਾਈ ਹੱਥ ਕਰ ਆ ਪੈਸੇ ਲੈ। ਦੌਲਤਾਂ ਰੁਕ ਗਈ। ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਪਿਤਾ ਜੀ ਰੁਕ ਜਾਓ, ਇੰਨੀ ਵਧਾਈ ਨਹੀਂ ਇਹਨੂੰ ਦੇਣੀ, ਇਹਨੂੰ ਪੈਸੇ ਮੂੰਹ ਮੰਗੇ ਦੇਣੇ ਨੇ। ਉਸੇ ਵਕਤ ਕਿਹਾ ਬਾਬਾ ਲਾਲੂ ਜੀ ਨੂੰ, ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਨੂੰ, ਅੰਦਰੋਂ ਥੈਲੀ ਮੋਹਰਾਂ ਦੀ ਲਿਆਓ। ਤਾਂ ਮੋਹਰਾਂ ਦੀ ਥੈਲੀ ਥਾਲ ਵਿੱਚ ਰੱਖ ਕੇ ਲਿਆਂਦੀ। ਦੋਵਾਂ ਹੱਥਾਂ ਨਾਲ ਬੁੱਕ ਭਰ ਕੇ ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਇਸ ਤਰ੍ਹਾਂ ਪਿਤਾ ਜੀ ਬੁੱਕ ਭਰ ਕੇ ਪੈਸੇ ਦੀ ਝੋਲੀ ਚ ਪਾਓ, 1 ਟਕਾ ਪੈਸਾ ਨਹੀਂ ਦੇਣਾ। ਦੌਲਤਾਂ ਦਾਈ ਦੀ ਝੋਲੀ ਵਿੱਚ ਦੌਲਤ ਪਾਓ। ਘਰ ਦੇ ਬਜ਼ੁਰਗ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਕੋਲੋਂ ਬੁੱਕ ਭਰ ਕੇ ਇਸ ਤਰ੍ਹਾਂ ਦਾ ਮੋਹਰਾਂ ਦਾ ਜਦੋਂ ਪਵਾਉਣ ਲੱਗੇ, ਦੌਲਤਾਂ ਦਾਈ ਨੇ ਝੋਲੀ ਨਹੀਂ ਅੱਗੇ ਕੀਤੀ, ਝੋਲੀ ਨਹੀਂ ਅੱਡੀ, ਅੱਖਾਂ ਵਿਰਾਗ ਵਿੱਚ ਭਰੀਆਂ ਹੋਈਆਂ ਨੇ। ਮਹਿਤਾ ਕਲਿਆਣ ਦਾਸ ਨੇ ਕਿਹਾ ਦੌਲਤਾਂ ਕੀ ਹੋਇਆ, ਪੈਸੇ ਥੋੜੇ ਨੇ, ਬਿਸਤਰਾ ਵੀ ਦਵਾਂਗੇ ਤੈਨੂੰ, ਗਰਮ ਸੂਟ ਵੀ ਦਵਾਂਗੇ, 2 ਮਣ ਦਾਣੇ ਵੀ ਤੇਰੇ ਘਰ ਪਹੁੰਚਾ ਦਾਂਗੇ। ਅੱਖਾਂ ਕਿਉਂ ਭਰ ਲਈਆਂ ਨੇ, ਰੋ ਕਿਉਂ ਰਹੀ ਹੈ, ਇਹ ਖੁਸ਼ੀ ਦਾ ਸਮਾਂ, ਖੁਸ਼ੀ ਨਾਲ ਵਧਾਈ ਲੈ। ਦੌਲਤਾਂ ਦਾਈ ਨੇ ਹੱਥ ਨਾਲ ਪਰਾਂ ਨੂੰ ਹੱਥ ਕਰਕੇ ਕਿਹਾ ਰਹਿਣ ਦੇ ਵੇ ਕਲਿਆਣ ਦਾਸ, ਹੁਣ ਪੈਸੇ ਨਹੀਂ ਚਾਹੀਦੇ। ਮਹਿਤਾ ਕਾਲੂ ਨੇ ਕਿਹਾ ਪੈਸੇ ਨਹੀਂ ਚਾਹੀਦੇ? ਆ 2 ਦਿਨ ਪਹਿਲਾਂ ਤੇ ਕਹਿੰਦੀ ਸਾਂ ਮੈਨੂੰ ਦਾਣੇ ਦੇ ਦਿਓ, ਪੈਸੇ ਦੇ ਦਿਓ, ਬਿਸਤਰਾ ਦੇ ਦਿਓ, ਮੇਰੇ ਬੱਚੇ ਨੇ ਮੈਨੂੰ ਥੋੜੀ ਜਿਹੀ ਜਗ੍ਹਾ ਦੇ ਦਿਓ, ਇੰਨਾ ਕੁਝ ਮੰਗਦੀ ਸੈਂ। ਅੱਜ ਤੈਨੂੰ ਮੋਹਰਾਂ ਦੇ ਬੁੱਕ ਭਰ ਕੇ ਝੋਲੀ ਪਾ ਰਹੇ ਆ, ਅੱਜ ਕਹਿੰਨੀ ਹੈ ਪੈਸੇ ਨਹੀਂ ਚਾਹੀਦੇ, ਕਿਉਂ? ਦੌਲਤਾਂ ਦਾਈ ਨੇ ਕਿਹਾ ਰਹਿਣ ਦੇ ਵੇ ਕਲਿਆਣ ਦਾਸ, ਪਤਾ ਨਹੀਂ ਕਿਉਂ ਤੇਰੇ ਬਾਲਕ ਦੇ ਦਰਸ਼ਨ ਕਰਕੇ ਸਾਰੀਆਂ ਭੁੱਖਾਂ ਮਿਟ ਗਈਆਂ। ਇੰਜ ਲੱਗਦਾ ਜਿਵੇਂ ਕੋਈ ਭੁੱਖ ਹੀ ਨਹੀਂ ਹੈ, ਕੋਈ ਪੈਸਾ ਪਦਾਰਥ ਚਾਹੀਦਾ ਨਹੀਂ। ਦੌਲਤਾਂ ਦਾਈ ਨੇ ਕਿਹਾ ਵੇ ਪਟਵਾਰੀ ਕਲਿਆਣ ਦਾਸ, ਇਹ ਦੌਲਤਾਂ ਸੱਚਮੁੱਚ ਦੌਲਤ ਦੀ ਭੁੱਖੀ ਸੀ। ਮੈਂ ਕਦੇ ਕਦੇ ਖੁਦਾ ਨਾਲ ਗੱਲਾਂ ਕਰਦੀ ਸੀ, ਯਾ ਖੁਦਾ ਜਿਹੜੇ ਘਰ ਵਿੱਚ ਜਨਮੀ ਗੋਡੇ ਗੋਡੇ ਗਰੀਬੀ, ਜਵਾਨੀ ਤੱਕ ਗਰੀਬੀ ਵੇਖੀ ਪੇਕਿਆਂ ਦੇ ਘਰ, ਦੌਲਤਾਂ ਕਾਦੀ ਮੈਂ ਹੋਈ। ਸਹੁਰੇ ਘਰ ਵਿਆਹੀ ਆਈ ਇਸ ਤਲਵੰਡੀ ਵਿੱਚ, ਤਾਂ ਇਸ ਘਰ ਵਿੱਚ ਗਰੀਬੀ ਦੀਆਂ ਪੰਡਾਂ ਸਨ। ਨਿੱਕੇ ਨਿੱਕੇ ਬੱਚੇ ਲੋਕਾਂ ਦੇ ਘਰ ਕੰਮ ਕਰਕੇ ਪਾਲੇ ਨੇ, ਲੋਕਾਂ ਦੇ ਘਰ ਬੁੱਤੀਆਂ ਕਰਕੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ। ਅੱਜ ਤੱਕ ਗਰੀਬੀ ਚ ਉਮਰ ਲੰਘ ਗਈ। ਕਦੇ ਕਦੇ ਖੁਦਾ ਨਾਲ ਰੋਸ ਕਰਦੀ ਸੀ, ਯਾ ਖੁਦਾ ਮੇਰਾ ਨਾਮ ਦੌਲਤਾਂ ਕੱਲੇ ਰੱਖਿਆ, ਨਾ ਪੇਕੇ ਘਰ ਦੌਲਤ ਵੇਖੀ, ਨਾ ਸਹੁਰੇ ਘਰ ਦੌਲਤ ਵੇਖੀ। ਪੇਕੇ ਘਰ ਜਵਾਨੀ ਤੱਕ ਗਰੀਬੀ ਚ ਲੰਘ ਗਿਆ, ਸਹੁਰੇ ਘਰ ਆ ਕੇ ਲੋਕਾਂ ਦੇ ਘਰ ਕੰਮ ਕਰ ਕਰਕੇ ਬੱਚੇ ਪਾਲੇ, ਗਰੀਬੀ ਵਿੱਚ ਉਮਰ ਲੰਘ ਚੱਲੀ। ਮੈਂ ਦੌਲਤਾਂ ਕਾਦੀ? ਅੱਖਾਂ ਭਰ ਕੇ ਕਿਹਾ ਵੇ ਪਟਵਾਰੀ ਅੱਜ ਪਤਾ ਲੱਗਾ ਮੇਰਾ ਨਾਮ ਦੌਲਤਾਂ ਸਫਲ ਹੋ ਗਿਆ, ਹੁਣ ਮੈਨੂੰ ਐਸ ਦੌਲਤ ਦੀ ਲੋੜ ਨਹੀਂ, ਤੇਰੇ ਪੁੱਤਰ ਦੇ ਦਰਸ਼ਨ ਕਰਕੇ ਕੋਈ ਹੋਰ ਹੀ ਦੌਲਤ ਮਿਲ ਗਈ। ਅੱਖਾਂ ਵਿਰਾਗ ਨਾਲ ਭਰੀਆਂ। ਇਤਿਹਾਸ ਕਹਿੰਦਾ ਉਸ ਦਿਨ ਤੋਂ ਦੌਲਤਾਂ ਦਾਈ ਦੀ ਸੁਰਤ ਖੁਦਾ ਨਾਲ ਜੁੜੀ ਰਹੀ। ਜਿਹਦੀ ਸੁਰਤ ਖੁਦਾ ਨਾਲ ਜੁੜ ਜਾਏ, ਜਿਹਦੀ ਸੁਰਤ ਪਰਮਾਤਮਾ ਦੀ ਸਿਫਤ ਵਿੱਚ ਜੁੜ ਜਾਏ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਪ੍ਰਭੂ ਦੇ ਸਿਮਰਨ ਵਿੱਚ ਹੈ, ਉਹ ਰਾਜ ਗੱਦੀ ਤੇ ਬਹਿ ਕੇ ਵੀ ਸੁੱਖ ਨਹੀਂ ਮਿਲਦਾ। ਅੱਜ ਦੌਲਤਾਂ ਨੇ ਪੈਸੇ ਨਾ ਲਏ, ਅੱਖਾਂ ਵਿਰਾਗ ਨਾਲ ਭਰ ਲਈਆਂ। ਤਾਂ ਇਸ ਤਰ੍ਹਾਂ ਕਿਹਾ ਹੁਣ ਦੋਵੇਂ ਠੀਕ ਨੇ, ਪਰਿਵਾਰ ਦਰਸ਼ਨ ਕਰ ਸਕਦਾ, ਤਾਂ ਵਿਰਾਗ ਵਿੱਚ ਆਨੰਦ ਵਿੱਚ ਤੁਰੀ ਪਟਵਾਰੀਆਂ ਦੇ ਘਰੋਂ ਆਪਣੇ ਘਰ ਨੂੰ ਚਲੀ ਗਈ। ਸੁਤ ਉਪਜਨ ਕੇ ਸੁਨ ਕਰ ਬੈਨਾ,
ਮਨੋ ਜਗਤ ਸੁਖ ਪ੍ਰਾਪਤ ਐਨਾ। ਕਹਿੰਦੇ ਸੁਤ ਉਪਜਨ ਕੇ ਸੁਣ ਕਰ ਬੈਨਾ, ਮਨੋ ਜਗਤ ਸੁਖ ਪ੍ਰਾਪਤ ਐਨਾ। ਪੂਰੇ ਪਰਿਵਾਰ ਨੂੰ ਪੁੱਤਰ ਉਪਜਣ ਦੀ, ਜਨਮ ਲੈਣ ਦੀ ਖੁਸ਼ੀ ਸੁਣ ਕੇ ਮਨ ਨੂੰ ਪੂਰੇ ਜਗਤ ਦਾ ਸੁੱਖ ਮਿਲ ਗਿਆ ਹੋਵੇ। ਸਭ ਖੁਸ਼ ਹੋ ਗਏ। ਦਾਦੀ ਉੱਠੀ ਤਾਂ ਗੋਦੀ ਵਿੱਚੋਂ ਮਾੜੀ ਜੇ ਅੱਖ ਲਾ ਕੇ ਸੁੱਤੀ ਹੋਈ 5 ਵਰਿਆਂ ਦੀ ਬੇਬੇ ਨਾਨਕੀ ਵੀ ਉੱਠ ਖੜੀ। ਦਵਾ ਦਵਾ ਆਪਣੀ ਦਾਦੀ ਦੇ ਨਾਲ ਉਹ ਵੀ ਬਾਲਕ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਅੰਦਰ ਚਲੀ ਗਈ। ਜਨਮ ਰੰਗ ਜਿਉ ਸਦਨ ਸੰਤਾਨਾ, ਆਨ ਲੱਗਿਓ ਤਿਉ ਉਰ ਹਰ ਖਾਨਾ। ਕਹਿੰਦੇ ਇੰਨੀ ਕੁ ਖੁਸ਼ੀ ਅੱਜ ਦਿਨ ਚੜ੍ਹਦੇ ਅੰਮ੍ਰਿਤ ਵੇਲੇ ਰਾਏ ਭੋਏ ਦੀ ਤਲਵੰਡੀ ਵਿੱਚ ਫੈਲ ਗਈ। ਜਿਵੇਂ ਕੋਈ ਰੰਕ ਬੰਦਾ ਰਾਤੀ ਗਰੀਬ ਸੁੱਤਾ ਹੋਵੇ, ਸਵੇਰੇ ਉੱਠੇ ਤੇ ਉਹ ਅਮੀਰ ਹੋ ਜਾਏ। ਜਿਵੇਂ ਕੋਈ ਰੰਕ ਸੁੱਤਾ ਹੋਵੇ, ਸਵੇਰੇ ਉੱਠੇ ਤਾਂ ਉਹ ਬਾਦਸ਼ਾਹ ਬਣ ਜਾਏ। ਏਦਾਂ ਜਦੋਂ ਲੋਕਾਂ ਦੀ ਅੱਖ ਖੁੱਲੀ ਹੈ ਤਲਵੰਡੀ ਵਿੱਚ, ਅੱਜ ਹਰ ਘਰ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਈ। ਸਭ ਲੋਕ ਪ੍ਰਸੰਨਤਾ ਨਾਲ ਉੱਠੇ ਨੇ। ਕਿਸੇ ਦੇ ਘਰ ਵਿੱਚ ਕੋਈ ਦੁੱਖ ਸੋਗ ਸੰਤਾਪ ਨਹੀਂ ਹੈ। ਜਸ ਪਦ ਜਾਏ ਕੀ ਨਿਸ਼ਨਾਨਾ, ਬਸਤਰਨ ਜੁਤ ਜਿਉ ਬੇਦ ਬਖਿਆਨਾ। ਭਾਈ ਸੰਤੋਖ ਸਿੰਘ ਲਿਖਦੇ, ਦਿਨ ਦਾ ਚੜਾ ਹੋਇਆ, ਆਂਢ ਗੁਆਂਢ ਵਿੱਚ ਪਤਾ ਲੱਗ ਗਿਆ। ਪਟਵਾਰੀਆਂ ਦੇ ਘਰ ਬਾਲਕ ਨੇ ਜਨਮ ਲਿਆ, ਪਟਵਾਰੀਆਂ ਦੇ ਘਰ ਪੁੱਤਰ ਹੋਇਆ ਤੇ ਆਂਢ ਗੁਆਂਢ ਆਉਣ ਲੱਗੇ। ਮਾਈਆਂ ਆ ਕੇ ਵਧਾਈ ਦਿੰਦੀਆਂ ਨੇ ਦਾਦੀ ਨੂੰ, ਬਨਾਰਸੀ ਦੇਵੀ ਵਧਾਈ ਹੋਵੇ, ਸੁਣਿਆ ਪੁੱਤਰਾ ਹੋਇਆ। ਤਾਂ ਇਸ ਤਰ੍ਹਾਂ ਸਭ ਦੀਆਂ ਵਧਾਈਆਂ ਦਾਦੀ ਲੈ ਰਹੀ ਸੀ। ਦਿਨ ਚੜ੍ਹਦਾ ਗਿਆ, ਖਬਰ ਸੱਜਰੇ ਰਾਏ ਬੁਲਾਰ ਤੱਕ ਪਹੁੰਚ ਗਈ। ਅੱਜ ਰਾਏ ਬੁਲਾਰ ਵੀ ਅੰਮ੍ਰਿਤ ਵੇਲੇ ਉੱਠ ਕੇ ਖੁਦਾ ਦੀ ਨਵਾਜ਼ ਕਰਦਾ ਹੈ। ਅੱਜ ਉਹਦਾ ਮਨ ਵੀ ਸ਼ਾਂਤ ਹੈ। ਉਤਸੁਕਤਾ ਪੈਦਾ ਹੋ ਰਹੀ ਸੀ। ਨੌਕਰ ਨੂੰ ਕਿਹਾ, ਜਾ ਪਤਾ ਕਰ ਮਹਿਤਾ ਕਾਲੂ ਦੇ ਘਰੋਂ ਕੋਈ ਖਬਰ। ਅਜੇ ਨੌਕਰ ਮਹਿਲ ਚੋਂ ਨਿਕਲਿਆ ਤੇ ਸਾਹਮਣੇ ਸੱਜਣ ਮਿਲ ਪਿਆ। ਪਟਵਾਰੀਆਂ ਦੇ ਘਰੋਂ ਆਇਆ, ਰਾਏ ਬੁਲਾਰ ਜੀ ਨੂੰ ਖਬਰ ਦੇਣੀ ਹੈ, ਉਹਨਾਂ ਦੇ ਘਰ ਬਾਲਕ ਪੁੱਤਰ ਨੇ ਜਨਮ ਲਿਆ। ਤਾਂ ਖਬਰ ਮਿਲੀ। ਰਾਏ ਬੁਲਾਰ ਨੂੰ ਇੰਨੀ ਖੁਸ਼ੀ ਹੋਈ ਜਿਵੇਂ ਕੋਈ ਆਪਣਾ ਆਇਆ ਹੋਵੇ। ਇਹ ਸੱਚ ਸੀ, ਰਾਏ ਬੁਲਾਰ ਤੇਰਾ ਆਪਣਾ ਹੀ ਤੇ ਆਇਆ, ਜਿਹਨੇ ਕਈ ਜਨਮਾਂ ਤੋਂ ਤੈਨੂੰ ਟੁੱਟੇ ਹੋਏ ਨੂੰ ਰੱਬ ਨਾਲ ਜੋੜਨਾ ਹੈ, ਜਿਹਨੇ ਕਈ ਜਨਮਾਂ ਤੋਂ ਟੁੱਟੇ ਹੋਏ ਰਾਏ ਬੁਲਾਰ ਨੂੰ ਖੁਦਾ ਨਾਲ ਜੋੜ ਦੇਣਾ ਹੈ। ਰਾਏ ਬੁਲਾਰ ਨੂੰ ਅਤਿਅੰਤ ਖੁਸ਼ੀ ਹੋਈ। ਦਿਨ ਚੜ ਗਿਆ ਤਾਂ ਫੇਰ ਉਹ ਕਿਰਿਆ ਹੋਣੀ ਸੀ। ਸਭ ਤੋਂ ਪਹਿਲਾਂ ਪੰਡਤ ਹਰਦਿਆਲ ਜੀ ਨੂੰ ਸੁਨੇਹਾ ਕੱਲੋ, ਜਲ ਨਾਲ ਇਸ਼ਨਾਨ ਕਰਾ ਕੇ ਪਹਿਲਾ ਚੋਲਾ ਬਾਲਕ ਦੇ ਪਾਉਣੇ, ਔਰ ਉਦੋਂ ਚੋਲਾ ਪਾਉਣੇ ਜਦੋਂ ਪੰਡਤ ਜੀ ਆ ਕੇ ਪਹਿਲਾਂ ਇਹਦਾ ਵੇਖ ਕੇ ਗ੍ਰਹਿ ਨਛੱਤਰ ਪੱਤਰੀ ਬਣਾ ਕੇ ਨਾਮ ਰੱਖਣ, ਫਿਰ ਪਹਿਲਾ ਚੋਲਾ ਪਾਉਣਾ। ਇਹ ਧਾਰਮਿਕ ਉਹਨਾਂ ਦੀ ਰੀਤ ਸੀ। ਇਸ ਤਰ੍ਹਾਂ ਦਿਨ ਚੜ੍ਹਦਿਆਂ ਉਸ ਕਿਰਿਆ ਦਾ ਪ੍ਰਬੰਧ ਕੀਤਾ। ਪੰਡਤ ਨੂੰ ਸੁਨੇਹਾ ਘੱਲ ਦਿੱਤਾ। ਲੋਕਾਂ ਨੂੰ ਵਧਾਈਆਂ ਵੰਡਣੀਆਂ ਸ਼ੁਰੂ ਹੋ ਗਈਆਂ। ਘਰ ਵਿੱਚ ਲੰਗਰ ਪ੍ਰਸ਼ਾਦ ਤਿਆਰ ਹੋਣ ਲੱਗੇ। ਔਰ ਪਰਮੇਸ਼ਰ ਕੋ ਕਰ ਧਿਆਨਾ, ਬੰਧਨ ਕਰੇ ਬੰਦ ਜੁਗ ਪਾਨਾ। ਕਹਿੰਦੇ ਸੁਨੇਹਾ ਕੱਲਿਆ, ਛੇਤੀ ਜਾਓ ਪੰਡਤ ਹਰਦਿਆਲ ਜੀ ਨੂੰ ਬੁਲਾ ਕੇ ਲਿਆਓ। ਜੋ ਜੋ ਰੀਤ ਹੈ ਤਾਂ ਇੱਕ ਸੱਜਣ ਪੰਡਤ ਜੀ ਦੇ ਕੋਲ ਕੱਲਿਆ। ਪੰਡਤ ਹਰਦਿਆਲ ਜੀ ਨੇ ਪਹਿਲਾਂ ਸਮਾਨ ਲਿਖ ਕੇ ਦੇ ਦਿੱਤਾ, ਆਹ ਕੁਝ ਮੰਗਾ ਲਓ, ਮੈਂ ਫਿਰ ਆ ਰਿਹਾ ਦਿਨ ਚੜ੍ਹਦੇ, ਆਹ ਚੀਜ਼ਾਂ ਮੰਗਾ ਕੇ ਰੱਖੋ। ਉਹ ਸੱਜਣ ਨੇ ਲਿਆ ਕੇ ਰਸੀਦ, ਉਹ ਲਿਖੀ ਹੋਈ ਪਰਚੀ ਦਿੱਤੀ। ਮਹਿਤਾ ਕਲਿਆਣ ਦਾਸ ਜੀ ਨੇ ਉਸੇ ਵਕਤ ਉਹਨੂੰ ਦਮੜੇ ਦੇ ਕੇ ਘੱਲਿਆ, ਜਾਂ ਮੋਦੀ ਖਾਨੇ ਚਲਾ ਜਾ ਰਾਏ ਬੁਲਾਰ ਦੇ, ਆ ਪੈਸੇ ਦੇ ਕੇ ਆ ਚੀਜ਼ਾਂ ਸਵਖਤੇ ਲਿਆ। ਉਹ ਸੱਜਣ ਚੀਜ਼ਾਂ ਲੈਣ ਚਲਾ ਗਿਆ। ਪੰਡਤ ਦਾ ਇੰਤਜ਼ਾਰ ਹੋ ਰਿਹਾ ਹੈ, ਲੰਗਰ ਪ੍ਰਸ਼ਾਦ ਬਣ ਰਿਹਾ ਹੈ। ਅੱਜ ਘਰ ਦੇ ਬਜ਼ੁਰਗ ਬਾਬਾ ਸ਼ਿਵ ਰਾਮ ਬੇਦੀ ਨੇ ਕਿਹਾ, ਮਹਿਤਾ ਕਾਲੂ ਸਾਰੇ ਪਿੰਡ ਨੂੰ ਰੋਟੀ ਦਿਓ, ਅੱਜ ਸਾਰੇ ਪਿੰਡ ਨੂੰ ਬੁਲਾਓ, ਸਾਰੇ ਨਗਰ ਨੂੰ ਦੁਪਹਿਰੇ ਰੋਟੀ ਵਰਜੋ। ਇਹ ਬਿਦ ਜਨਮ ਭਇਓ ਜਗ ਗੁਰ ਕੋ, ਸੁਖ ਦੇਵਨ ਭਗਤਨ ਪੁਨ ਧਰ ਕੋ। ਕਹਿੰਦੇ ਥੋੜਾ ਦਿਨ ਚੜ ਗਿਆ ਤਾਂ ਲੋਕ ਆਉਣੇ ਸ਼ੁਰੂ ਹੋ ਗਏ। ਪ੍ਰਸ਼ਾਦਾ ਪਾਣੀ ਰੋਟੀ ਦੇ ਦੇਗੇ ਚੜ ਗਏ। ਦੁਪਹਿਰ ਤੱਕ ਸਭ ਨੂੰ ਰੋਟੀ ਘਰ ਘਰ ਵਰਜ ਦਿੱਤੀ ਕਹਿ ਕੇ ਸੁਨੇਹਾ ਘੱਲ ਦਿੱਤਾ, ਪਟਵਾਰੀਆਂ ਦੇ ਘਰ ਪੁੱਤਰ ਹੋਇਆ, ਦੁਪਹਿਰ ਦਾ ਲੰਗਰ ਉਧਰ ਛਕਣਾ। ਪੰਡਤ ਜੀ ਆ ਰਹੇ ਨੇ, ਉਹ ਫਿਰ ਚੋਲਾ ਪਾਉਣਗੇ ਪਹਿਲਾਂ। ਇਸ ਤਰ੍ਹਾਂ ਦੁਪਹਿਰ ਹੁੰਦਿਆਂ ਪੰਡਤ ਆ ਰਿਹਾ
ਜਦੋਂ ਪੰਡਤ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਆ ਰਿਹਾ, ਇਹਨੂੰ ਕੁਝ ਵੱਖਰਾ ਹੀ ਮਹਿਸੂਸ ਹੁੰਦਾ ਹੈ।